18 ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਜਾਰੀ ਹੈ। ਦੂਜੇ ਗੇੜ ਦੀ ਮੀਟਿੰਗ ਦੇ ਵਿੱਚ ਕੇਂਦਰ ਆਪਣਾ ਪੱਖ ਰੱਖੇਗਾ। ਪਹਿਲੇ ਗੇੜ ਦੇ ਵਿੱਚ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਕਾਨੂੰਨ ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਦੋਵੇਂ ਤਰ੍ਹਾਂ ਅੜੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਉੱਤੇ ਅੜੇ ਹੋਏ ਨੇ ਕਿਸਾਨ, ਤਾਂ ਦੂਜੇ ਪਾਸੇ ਸਰਕਾਰ ਵੀ ਆਪਣਾ ਪੱਖ ਦੂਜੇ ਗੇੜ ਦੀ ਮੀਟਿੰਗ 'ਚ ਰੱਖੇਗੀ। दरअसल पूरे दिन की मीटिंग ਨੂੰ ਅਸੀਂ ਦੋ ਗੇੜ ਦੇ ਵਿੱਚ ਵੰਡ ਸਕਦੇ ਹਾਂ, ਇੱਕ ਲੰਚ ਤੋਂ ਪਹਿਲਾਂ ਤੇ ਇੱਕ ਲੰਚ ਤੋਂ ਬਾਅਦ। ਹਾਲਾਂਕਿ ਦੇਖਣਾ ਹੋਵੇਗਾ ਸ਼ਾਮ ਕਿੰਨੇ ਵਜੇ ਤੱਕ ਇਹ ਮੀਟਿੰਗ ਚੱਲਦੀ ਹੈ। ਤੇ ਇਹ ਵੀ ਖਾਸ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਕਿਸਾਨਾਂ ਦੇ ਵੱਲੋਂ ਜੋ ਸਰਕਾਰ ਦੇ ਵੱਲੋਂ ਇੰਤਜ਼ਾਮ ਕੀਤਾ ਗਿਆ ਸੀ ਲੰਚ ਦਾ, ਦੁਪਹਿਰ ਦੀ ਰੋਟੀ ਦਾ, ਉਹ ਨਹੀਂ ਖਾਧਾ ਗਿਆ, ਬਲਕਿ ਬਕਾਇਦਾ ਲੰਗਰ ਮੰਗਵਾਇਆ ਗਿਆ ਤੇ ਲੰਗਰ ਹੀ ਖਾਧਾ ਗਿਆ। ਤਾਂ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਜਾਰੀ ਹੈ। ਤਾਂ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਲਗਾਤਾਰ ਜਾਰੀ ਹੈ। ਕਾਨੂੰਨ ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਹੋਈ ਹੈ। ਹੁਣ ਤੱਕ ਦੀ ਤੁਹਾਨੂੰ ਦੱਸ ਦਈਏ ਕਿ ਚੌਥੀ ਵਾਰ ਗੋਲ ਟੇਬਲ ਦੇ ਉੱਤੇ ਬੈਠ ਕੇ ਇਹ ਗੱਲਬਾਤ ਨੂੰ ਅੱਗੇ ਵਧਾ ਰਹੇ ਨੇ ਕਿਸਾਨ ਤੇ ਕੇਂਦਰ। ਜਿਹੜੀ ਚੌਥੇ ਦਿਨ ਦੀ ਚੌਥੀ ਵਾਰ ਦੀ ਮੀਟਿੰਗ ਹੈ, ਉਸ ਦੇ ਵਿੱਚ ਦੋ ਗੇੜ। ਪਹਿਲੇ ਗੇੜ ਦੇ ਵਿੱਚ ਲੰਚ ਤੋਂ ਪਹਿਲਾਂ ਜੋ ਗੱਲਬਾਤ ਹੋਈ, ਐਮਐਸਪੀ ਨੂੰ ਲੈ ਕੇ ਮੰਗ ਰੱਖੀ ਗਈ ਕਿ ਤੁਸੀਂ ਸਾਨੂੰ ਐਮਐਸਪੀ ਦੇ ਉੱਤੇ ਲਿਖਤੀ ਭਰੋਸਾ ਦਿਵੋ, ਐਮਐਸਪੀ ਨੂੰ ਲਾਜ਼ਮੀ ਕੀਤਾ ਜਾਵੇ ਦੇਸ਼ ਭਰ ਦੇ ਵਿੱਚ। ਹਾਲਾਂਕਿ तीनों कानून रद्द करने की मंग के उत्ते किसान अड़े हुए ने, सरकार अपने स्टैंड के उत्ते है कि कानून किसानों के पक्ष दे विच है। तो केंद्र ते किसानों के विचाले गलबात इस समय जारी है। दूजे गेड़ की मीटिंग हालांकि तकरीबन 4 घंटे हो चले ने। जिहड़ी मुलाकात जारी है उस दे विच एक छोटा ब्रेक जरूर लिया गया। पहला एक टी ब्रेक सी, उस तो बाद लंच ब्रेक लिया गया ते हुण एक बार मुड़ तो टेबल के उत्ते बैठ के गलबात को अगे वधाया जा रहा है। किसान आगू एक बार मुड़ तो गलबात कर रहे हैं। तो उस दी तस्वीरां असीं तुहानूं दिखा रहे हैं, क्योंकि ਜਿਹੜਾ ਲੰਚ ਬ੍ਰੇਕ ਸੀ ਉਸ ਦੇ ਵਿੱਚ ਵੀ ਕੁਝ ਖਾਸ ਤਸਵੀਰਾਂ ਨਜ਼ਰ ਆਈਆਂ। ਕਿਸਾਨ ਵਿਗਿਆਨ ਭਵਨ ਤੋਂ ਬਾਹਰ ਆਉਂਦੇ ਹੋਏ ਨਜ਼ਰ ਆਏ। ਲੱਗਿਆ ਕਿ ਮੀਟਿੰਗ ਖਤਮ ਹੋ ਗਈ, ਪਰ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਸਿਰਫ ਬ੍ਰੇਕ ਲਈ ਗਈ ਸੀ। ਕਿਸਾਨ ਆਗੂ ਬਾਹਰ ਆਏ, ਜਿਹੜਾ ਲੰਗਰ ਮੰਗਵਾਇਆ ਗਿਆ ਸੀ ਉਹ ਲੰਗਰ ਉੱਥੋਂ ਉਹਨਾਂ ਨੇ ਲਿਆ ਤੇ ਫਿਰ ਉਹ ਦੁਬਾਰਾ ਅੰਦਰ ਚਲੇ ਗਏ। ਖਾਣਾ ਖਾਇਆ ਉਹਨਾਂ ਨੇ ਤੇ ਇੱਕ ਵਾਰ ਫਿਰ ਤੋਂ ਮੁਲਾਕਾਤ ਕਰਨ ਦੇ ਲਈ ਬੈਠ ਗਏ ਨੇ। ਤਾਂ ਸਵਾਲ ਅੱਜ ਇਹੀ ਹੈ, ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇਹੀ ਹੈ ਕਿ ਮੁਲਾਕਾਤ ਦੇ ਨਾਲ ਹੱਲ ਨਿਕਲੇਗਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਇਹ ਉਮੀਦ ਕੀਤੀ ਜਾਵੇ ਕਿ ਅਜਿਹਾ ਕੋਈ ਭਰੋਸਾ, ਅਜਿਹਾ ਕੋਈ ਫੈਸਲਾ ਕੇਂਦਰ ਦੀ ਸਰਕਾਰ ਕਰ ਲੇਗੀ ਕਿ ਕਿਸਾਨ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰ ਦੇਣ। ਦੇਖੋ ਵਿਗਿਆਨ ਭਵਨ ਦੇ ਅੰਦਰ ਦੀਆਂ ਤਸਵੀਰਾਂ, ਲੰਗਰ ਦੀ ਇੱਕ ਰਵਾਇਤ ਹੈ ਕਿ ਹੇਠਾਂ ਬੈਠ ਕੇ ਲੰਗਰ ਖਾਇਆ ਜਾਂਦਾ ਹੈ। ਤਾਂ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਕਿਸਾਨ ਆਗੂ ਜਿਨ੍ਹਾਂ ਨੇ ਆਪਣਾ ਲੰਗਰ ਆਪਣੀ ਪਲੇਟ ਦੇ ਵਿੱਚ ਪਾਇਆ ਤੇ ਉਸ ਤੋਂ ਬਾਅਦ ਉੱਥੇ ਜ਼ਮੀਨ ਤੇ ਬੈਠ ਕੇ, ਹੇਠਾਂ ਬੈਠ ਕੇ ਹੀ ਉਹਨਾਂ ਨੇ ਲੰਗਰ ਛਕਿਆ ਵੀ। रुक करते विज्ञान भवन का सीधा मेरे सहयोगी पंकज कपाही इस समय साडे नाल जुड़ रहे हैं। पंकज, की कुछ इस समय तुहाडे कोल अपडेट? क्योंकि पहले राउंड की जो मीटिंग हुई उस दे विच ਸੋਧ ਨੂੰ ਲੈ ਕੇ ਲਗਾਤਾਰ ਗੱਲ ਚੱਲ ਰਹੀ ਸੀ। ਐਮਐਸਪੀ ਨੂੰ ਲੈ ਕੇ ਲਗਾਤਾਰ ਗੱਲ ਚੱਲ ਰਹੀ ਸੀ, ਮੰਡੀਕਰਨ ਨੂੰ ਲੈ ਕੇ। ਲੇਕਿਨ ਕਿਸਾਨ ਕਹਿ ਰਹੇ ਨੇ ਕਿ ਗੱਲ ਕਰਨੀ ਹੈ ਤਾਂ ਕਾਨੂੰਨ ਰੱਦ ਕਰਨ ਨੂੰ ਲੈ ਕੇ ਕਰੋ, ਕਿਉਂਕਿ ਅਸੀਂ ਉਦੋਂ ਤੱਕ ਨਹੀਂ ਉਠਾਂਗੇ, ਸਾਡਾ ਅੰਦੋਲਨ ਹੋਰ ਵੱਡਾ ਹੋ ਜਾਏਗਾ ਅਗਰ ਕਾਨੂੰਨ ਰੱਦ ਨਹੀਂ ਕੀਤੇ ਗਏ। ਔਰ ਇੱਥੋਂ ਤੱਕ ਕਿਸਾਨਾਂ ਦਾ ਗੁੱਸਾ, ਇੱਥੋਂ ਤੱਕ ਨਾਰਾਜ਼ਗੀ ਸੀਗੀ ਕਿ ਅੱਜ ਫਿਰ ਪੂਰੀ ਤਰੀਕੇ ਨਾਲ ਖਾਣੇ ਨੂੰ ਮਨਾ ਕਰ ਦਿੱਤਾ ਗਿਆ। ਲੰਚ ਰੱਖਿਆ ਗਿਆ ਸੀ, ਸਰਕਾਰੀ ਪ੍ਰੋਗਰਾਮ ਸੀ, ਲੇਕਿਨ ਕਿਸਾਨਾਂ ਦਾ ਕਹਿਣਾ ਸੀਗਾ ਕਿ ਅਸੀਂ ਇੱਥੇ ਤੁਹਾਡਾ ਸਰਕਾਰੀ ਖਾਣਾ ਖਾਣ ਨਹੀਂ ਆਏ, ਅਸੀਂ ਆਪਣੇ 6-6 ਮਹੀਨੇ ਦੇ ਰਾਸ਼ਨ ਲੈ ਕੇ ਆਏ ਹੋਏ ਹਾਂ, ਅਸੀਂ ਆਪਣਾ ਘਰ ਪਰਿਵਾਰ ਛੱਡ ਕੇ ਇੱਥੇ ਬੈਠੇ ਹੋਏ ਹਾਂ ਔਰ ਤੁਸੀਂ ਸਾਨੂੰ ਸਰਕਾਰੀ ਖਾਣਾ ਖਵਾਉਣਾ ਚਾਹ ਰਹੇ ਹੋ। ਤਾਂ ਅਜਿਹੇ 'ਚ ਇੱਥੋਂ ਇੱਕ ਲੰਗਰ ਦੀ ਗੱਡੀ ਗਈ ਔਰ ਤਸਵੀਰਾਂ ਵੀ ਨਜ਼ਰ ਆ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਪੁੰਜੇ ਬਹਿ ਕੇ ਕਿਸਾਨ ਆਗੂਆਂ ਨੇ ਉੱਥੇ ਹੀ ਲੰਗਰ ਖਾਧਾ। ਔਰ ਮੰਤਰੀ ਸਾਹਿਬ ਨੂੰ ਵੀ ਆਫਰ ਕੀਤਾ, ਮੰਤਰੀ ਸਾਹਿਬ ਨੂੰ ਵੀ ਕਿਹਾ ਕਿ ਤੁਸੀਂ ਅਗਰ ਲੰਗਰ ਖਾਣਾ ਚਾਹੁੰਦੇ ਹੋ ਤਾਂ ਇੱਥੇ ਸਾਡੇ ਨਾਲ ਬੈਠ ਕੇ, ਪੁੰਜੇ ਬੈਠ ਕੇ ਲੰਗਰ ਖਾ ਸਕਦੇ ਹੋ। ਇਹ ਹੋਇਆ, ਇਹ ਤਲਖੀ, ਇਹ ਗੁੱਸਾ, ਇਹ ਨਾਰਾਜ਼ਗੀ ਨਜ਼ਰ ਆਈ। ਔਰ ਉਸ ਤੋਂ ਬਾਅਦ ਹੁਣ ਸੈਕਿੰਡ ਰਾਉਂਡ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਸੈਕਿੰਡ ਰਾਉਂਡ ਦੀ ਮੀਟਿੰਗ ਜਿਹੜੀ ਇਸ ਵੇਲੇ ਸ਼ੁਰੂ ਹੋ ਗਈ ਹੈ ਔਰ ਸੈਕਿੰਡ ਰਾਉਂਡ ਦੀ ਮੀਟਿੰਗ ਦੇ ਵਿੱਚ ਵੀ ਚਰਚਾ ਜਿਹੜੀ ਇਸ ਵੇਲੇ ਇਸੇ ਗੱਲ ਨੂੰ ਲੈ ਕੇ, ਸਰਕਾਰ ਸੋਧ ਕਰਨ ਨੂੰ ਲੈ ਕੇ ਲਗਾਤਾਰ ਮੀਟਿੰਗ ਦੇ ਵਿੱਚ ਚਰਚਾ ਕਰ ਰਹੀ ਹੈ। ਇੱਕ ਪੁਆਇੰਟ ਤੇ ਜ਼ਿਕਰ ਹੋ ਰਿਹਾ ਹੈ ਤਾਂ ਕਿਸਾਨ ਕਹਿ ਰਹੇ ਨੇ ਕਿ ਅਸੀਂ ਤੁਹਾਡੀ ਗੱਲ ਜ਼ਰੂਰ ਸੁਣ ਲਿਆ, ਲੇਕਿਨ ਕਾਨੂੰਨ ਜਦੋਂ ਤੱਕ ਵਾਪਸ ਨਹੀਂ ਹੋਣਗੇ ਅਸੀਂ ਵਾਪਸ ਨਹੀਂ ਪਰਤਾਂਗੇ। ਇਹ ਲਗਾਤਾਰ ਕਿਸਾਨ ਆਗੂਆਂ ਵੱਲੋਂ ਇਹੀ ਗੱਲ ਜਿਹੜੀ ਹੈ ਮੀਟਿੰਗ ਦੇ ਵਿੱਚ ਦੁਹਰਾਈ ਜਾ ਰਹੀ ਹੈ। ਗੌਰਵ जी बिल्कुल, तो एक गलबात दोहराई जा रही है। जिहड़ा असीं जिक्र कर रहे हैं कि अपनी अपनी मंगां दे उत्ते अड़े हुए ने किसान इस समय। दूजे पासे
ਸਰਕਾਰ ਵੀ ਆਪਣੇ ਸਟੈਂਡ ਦੇ ਉੱਤੇ ਲਗਾਤਾਰ ਬਣੀ ਹੋਈ ਹੈ। ਪੰਕਜ, ਇਹ ਵੀ ਜਾਨਣਾ ਚਾਹੁੰਦੇ ਹਾਂ ਕਿਉਂਕਿ ਗੱਲਬਾਤ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਪਹਿਲੇ ਦੌਰ ਦੀ ਮੀਟਿੰਗ ਜਿਹੜੀ ਅੱਜ ਹੋਈ ਹੈ ਤਕਰੀਬਨ 3 ਘੰਟੇ 3.5 ਘੰਟੇ, ਉਸ ਦੇ ਵਿੱਚ ਕੋਈ 1 ਪੁਆਇੰਟ, ਕੋਈ 2 ਪੁਆਇੰਟ, ਕੋਈ 5 ਪੁਆਇੰਟ ਜਿਹੜੇ ਪੋਜ਼ਿਟਿਵ ਨਿਕਲੇ ਹੋਣ, ਜੋ ਲੋਕਾਂ ਨੂੰ ਪਤਾ ਲੱਗਣ ਤੇ ਉਸ ਤੋਂ ਬਾਅਦ ਸਕੂਨ ਮਿਲੇ ਕਿ ਹਾਂ ਇਹ ਤਾਂ ਗੱਲਬਾਤ ਅੱਗੇ ਵਧੀ ਹੈ ਤੇ ਇਸ ਗੱਲਬਾਤ ਦੇ ਨਾਲ ਜ਼ਰੂਰ ਹੱਲ ਨਿਕਲੇਗਾ ਤੇ ਹੱਲ ਦੇ ਵਾਲੀ ਗੱਲਬਾਤ ਵਧੀ ਹੈ। ਪੰਕਜ, ਗੌਰਵ, ਪਹਿਲੇ ਰਾਉਂਡ ਦੀ ਮੀਟਿੰਗ ਬੇਨਤੀਜਾ ਰਹੀ ਹੈ, ਬੇਸਿੱਟਾ ਰਹੀ ਹੈ। ਕੋਈ ਪੋਜ਼ਿਟਿਵ ਪੁਆਇੰਟ ਪਹਿਲੇ ਰਾਉਂਡ ਦੀ ਮੀਟਿੰਗ ਦੇ ਵਿੱਚ ਨਜ਼ਰ ਨਹੀਂ ਆਇਆ। ਕਿਸਾਨਾਂ ਨੇ ਕਿਹਾ ਕਿ ਅਸੀਂ ਇੱਥੇ ਕਾਨੂੰਨ ਰੱਦ ਕਰਨ ਆਏ ਹਾਂ, ਇੱਥੇ ਤੁਹਾਡੀ ਗੱਲ ਸੁਣਨ ਨਹੀਂ ਆਏ। ਸਰਕਾਰ ਲਗਾਤਾਰ ਕਾਨੂੰਨਾਂ ਨੂੰ ਲੈ ਕੇ ਫਿਰ ਸਮਝਾਉਂਦੀ ਹੋਈ ਨਜ਼ਰ ਆ ਰਹੀ ਸੀ, ਤਾਂ ਬਕਾਇਦਾ ਤੌਰ ਤੇ ਕਿਸਾਨਾਂ ਨੇ ਕਿਹਾ ਕਿ ਤੁਸੀਂ ਹਰ ਵਾਰ ਸਮਝਾਉਂਦੇ ਹੋ, ਅਸੀਂ ਹਰ ਵਾਰ ਕਹਿੰਦੇ ਆ ਕਿ ਇਹ ਕਾਨੂੰਨ ਸਾਡੇ ਹੱਕ ਦੇ ਵਿੱਚ ਨਹੀਂ ਨੇ, ਅਸੀਂ ਇੱਥੇ ਹੁਣ ਗੱਲਬਾਤ ਕਰਨ ਜਾਂ ਸੁਣਨ ਨਹੀਂ ਆਏ। ਅਗਰ ਤਾਂ ਕਾਨੂੰਨ ਰੱਦ ਕਰਨੇ ਨੇ ਤਾਂ ਹੀ ਇਹ ਗੱਲ ਅੱਗੇ ਵਧੇਗੀ, ਲੇਕਿਨ ਇਸ ਤੋਂ ਇਲਾਵਾ ਕੋਈ ਸੋਧ ਨੂੰ ਲੈ ਕੇ ਜਾਂ ਤੁਸੀਂ ਜਿੰਨਾ ਮਰਜ਼ੀ ਸਮਝਾ ਲਓ, ਸਾਨੂੰ ਪਤਾ ਅਸੀਂ ਇੱਕ ਨੁਕਤੇ ਤੇ ਗੱਲ ਕੀਤੀ ਹੈ। ਇਹੀ ਸਾਨੂੰ ਚਾਹੇ ਐਮਐਸਪੀ ਦਾ ਗੱਲ ਹੋਵੇ, ਚਾਹੇ ਮੰਡੀਕਰਨ ਦੀ ਗੱਲ ਹੋਵੇ, ਚਾਹੇ ਕੰਟਰੈਕਟ ਫਾਰਮਿੰਗ ਦੀ ਗੱਲ ਹੋਵੇ, ਕਿਉਂਕਿ ਕੰਟਰੈਕਟ ਫਾਰਮਿੰਗ ਦਾ ਵੀ ਜ਼ਿਕਰ ਇਸ ਗੱਲ ਦਾ ਹੋਇਆ ਕਿ ਜਿਸ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਕੇਂਦਰ ਸਰਕਾਰ ਰਹੀ ਹੈ ਉਸ ਦੇ ਨਾਲ ਪ੍ਰਾਈਵੇਟ ਘਰਾਣੇ ਜਿਹੜੇ ਨੇ ਉਹ ਫਸਲਾਂ ਦੇ ਉੱਤੇ ਕਬਜ਼ਾ ਕਰ ਲੈਣਗੇ, ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲੈਣਗੇ ਔਰ ਜਿਹੜੇ ਕਿਸਾਨ ਨੇ ਉਹ ਤਾਂ ਕੋਰਟ ਤੱਕ ਨਹੀਂ ਪਹੁੰਚ ਪਾਣਗੇ। ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ਗੀ ਸੀਗੀ ਔਰ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ। ਇਹ ਦਿੱਲੀ ਦੇ ਵਿਗਿਆਨ ਭਵਨ ਦੇ ਬਾਹਰ ਦੀਆਂ ਤਸਵੀਰਾਂ ਨੇ, ਗਰਾਊਂਡ ਜ਼ੀਰੋ ਤੋਂ ਇੱਕ ਤਸਵੀਰ ਦਿਖਾ ਰਹੇ ਹਾਂ। ਕਿਸ ਤਰੀਕੇ ਨਾਲ ਗੁੱਸਾ, ਕਿਸ ਤਰੀਕੇ ਨਾਲ ਨਾਰਾਜ਼ਗੀ ਜਿਹੜੀ ਹੈ ਉਹ ਲਗਾਤਾਰ ਸਾਹਮਣੇ ਆ ਰਹੀ ਹੈ ਔਰ ਸੈਕਿੰਡ ਰਾਊਂਡ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਇੱਥੋਂ ਸੈਕਿੰਡ ਰਾਊਂਡ ਦੀ ਮੀਟਿੰਗ ਦੇ ਵਿੱਚ ਕੁਝ ਪੋਜ਼ਿਟਿਵ ਗੱਲਬਾਤ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਏ। ਗੌਰਵ, ਅਮਿਤ ਸ਼ਾਹ ਨੂੰ ਲੈ ਕੇ ਕੋਈ ਅਪਡੇਟ, ਉਹ ਆਉਣਗੇ ਨਹੀਂ ਆਉਣਗੇ, ਉਸ ਨੂੰ ਲੈ ਕੇ ਕੋਈ ਕਨਫਰਮੇਸ਼ਨ? ਪੰਕਜ, ਗੌਰਵ, ਪਹਿਲਾਂ ਕਿਹਾ ਜਾ ਰਿਹਾ ਸੀ ਕਿ 3:30 ਵਜੇ ਅਮਿਤ ਸ਼ਾਹ ਆ ਸਕਦੇ ਨੇ, ਲੇਕਿਨ ਜੋ ਤਲਖੀ ਦੇਖਣ ਨੂੰ ਮਿਲ ਰਹੀ ਹੈ, ਜੋ ਕਿਸਾਨਾਂ ਦੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ, ਜੋ ਸਰਕਾਰੀ ਖਾਣੇ ਖਾਣ ਤੋਂ ਵੀ ਮਨਾ ਕਰ ਦਿੱਤਾ ਗਿਆ, ਉਸ ਤੋਂ ਬਾਅਦ ਕੋਈ ਜਾਣਕਾਰੀ ਨਹੀਂ ਮਿਲੀ ਕਿ ਅੱਜ ਦੀ ਮੀਟਿੰਗ 'ਚ ਅਮਿਤ ਸ਼ਾਹ ਆਣਗੇ ਜਾਂ ਨਹੀਂ ਆਣਗੇ। ਹਾਲਾਂਕਿ ਇਹ ਜ਼ਰੂਰ ਕਹਿ ਰਿਹਾ ਕਿ ਅਮਿਤ ਸ਼ਾਹ ਹੁਣ ਇਸ ਮੀਟਿੰਗ 'ਚ ਪਹੁੰਚਣ ਬੇहद ਘੱਟ ਚਾਂਸ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ, ਕਿਉਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਜੋ ਕੇਂਦਰ ਸਰਕਾਰ ਦੇ ਤਰਕ ਨੇ, ਜੋ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਐਮਐਸਪੀ ਨੂੰ ਕੁਛ ਨਾ ਕੁਛ ਹੁੰਦਾ ਹੱਲ ਲੱਭ ਰਹੇ ਹਾਂ, ਅਸੀਂ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਵੀ ਜੋ ਤੁਹਾਡੇ ਖਦਸ਼ੇ ਨੇ ਉਸ ਤੇ ਗੱਲ ਕਰ ਰਹੇ ਹਾਂ, ਲੇਕਿਨ ਕਿਸਾਨਾਂ ਦਾ ਇਹ ਸਾਫ਼ ਤੌਰ ਤੇ ਕਹਿਣਾ ਸੀ ਕਿ ਤਿੰਨੇ ਕਾਨੂੰਨ ਰੱਦ ਕੀਤੇ ਜਾਣ ਔਰ ਇਸ ਦੇ ਨਾਲ ਜੋ ਆਰਡੀਨੈਂਸ ਵੀ ਸਰਕਾਰ ਲੈ ਕੇ ਆਈ ਪਰਾਲੀ ਨੂੰ ਲੈ ਕੇ, ਉਸ ਨੂੰ ਵੀ ਪੂਰੀ ਤਰੀਕੇ ਨਾਲ ਵਾਪਸ ਲਿੱਤਾ ਜਾਵੇ। ਇਸ ਦੇ ਨਾਲ ਜੋ ਇਲੈਕਟ੍ਰਿਸਿਟੀ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ, ਇਲੈਕਟ੍ਰਿਸਿਟੀ 2020 ਉਸ ਨੂੰ ਲੈ ਕੇ ਵੀ ਕਿਸਾਨਾਂ ਦੀ ਨਾਰਾਜ਼ਗੀ ਸੀ, ਉਸ ਨੂੰ ਲੈ ਕੇ ਵੀ ਕਿਸਾਨਾਂ ਦੇ ਵਿੱਚ ਰੋਸ ਜਿਹੜਾ ਉਹ ਨਜ਼ਰ ਆ ਰਿਹਾ ਸੀ ਕਿ ਇਸ ਨੂੰ ਵੀ ਵਾਪਸ ਜਿਹੜਾ ਉਹ ਲਿੱਤਾ ਜਾਵੇ। ਗੌਰਵ, ਠੀਕ ਹੈ ਪੰਕਜ, ਤੁਸੀਂ ਬਣੇ ਰਹੋ, ਤਸਵੀਰਾਂ ਦਿਖਾਉਂਦੇ ਰਹੋ। ਅਸੀਂ ਜ਼ਰੂਰ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਅੱਜ ਦੇ ਦਿਨ ਦਾ ਅਪਡੇਟ ਕੀ ਹੈ। ਇਹ ਜ਼ਰੂਰੀ ਹੈ ਪੂਰੀ ਅਪਡੇਟ ਤੁਹਾਡੇ ਤੱਕ ਪਹੁੰਚਾਉਣਾ, ਸਾਡੇ ਦਰਸ਼ਕਾਂ ਤੱਕ ਪਹੁੰਚਾਉਣਾ। ਜੋ ਹੁਣੇ ਸਾਡੇ ਨਾਲ ਜੁੜੇ ਨੇ, ਨਿਊਜ਼ 18 ਪੰਜਾਬ ਦੇ ਨਾਲ ਜੁੜੇ ਨੇ, ਉਹਨਾਂ ਦੇ ਲਈ ਇੱਕ ਇੱਕ ਕਰਕੇ ਮੈਂ ਸਾਰੀ ਦਿਨ ਦੀ ਅਪਡੇਟ ਰੱਖਾਂਗਾ। ਦਿਨ ਦੀ ਸ਼ੁਰੂਆਤ ਹੁੰਦੀ ਹੈ ਕੈਪਟਨ ਅਮਰਿੰਦਰ ਸਿੰਘ ਤੇ ਅਮਿਤ ਸ਼ਾਹ ਦੀ ਮੁਲਾਕਾਤ ਦੀ ਖਬਰ ਦੇ ਨਾਲ। ਮੁਲਾਕਾਤ ਦੀ ਖਬਰ ਸੀ ਕਿ 9:30 ਵਜੇ ਮੁਲਾਕਾਤ ਹੋਏਗੀ, ਪਰ ਉਹ ਦੇਰ ਦੇ ਨਾਲ ਹੋਈ ਮੁਲਾਕਾਤ ਕਰੀਬ 12 ਵਜੇ ਤੇ ਦੂਜੇ ਪਾਸੇ 12 ਵਜੇ ਹੀ ਕੇਂਦਰ ਤੇ ਕਿਸਾਨਾਂ ਦੀ ਮੁਲਾਕਾਤ ਦਾ ਸਮਾਂ ਸੀ, ਜੋ ਤਕਰੀਬਨ ਆਪਣੇ ਸਮੇਂ ਦੇ ਉੱਤੇ ਹੀ ਸ਼ੁਰੂ ਹੋਈ ਤੇ ਕਿਸਾਨਾਂ ਦੀ ਮੁਲਾਕਾਤ ਵਿਗਿਆਨ ਭਵਨ ਦੇ ਵਿੱਚ 12 ਵਜੇ ਤੋਂ ਜਾਰੀ ਹੈ। ਉਸ ਦਾ ਮੈਂ ਅਪਡੇਟ ਦਵਾਂ, ਪਰ ਪਹਿਲਾਂ ਗੱਲ ਅਮਿਤ ਸ਼ਾਹ ਤੇ ਮੁੱਖ ਮੰਤਰੀ ਦੇ ਵਿਚਾਲੇ ਜਿਹੜੀ ਮੀਟਿੰਗ ਹੋਈ ਹੈ ਉਸ ਦਾ ਜ਼ਿਕਰ। ਉਹ ਕਰੀਬ 12 ਵਜੇ ਦੁਪਹਿਰੇ ਸ਼ੁਰੂ ਹੋਈ ਮੀਟਿੰਗ, 30 ਤੋਂ 35 ਮਿੰਟ ਤੱਕ ਮੀਟਿੰਗ ਚੱਲੀ ਤੇ ਉਸ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਬਾਹਰ ਆਏ ਤੇ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਅਸੀਂ ਆਪਣੀ ਗੱਲ ਪੂਰੀ ਰੱਖੀ ਹੈ ਤੇ ਅਸੀਂ ਇਹ ਜ਼ਿਕਰ ਕੀਤਾ ਹੈ ਕਿ ਤੁਸੀਂ ਇਸ ਮੁੱਦੇ ਨੂੰ ਜਲਦ ਤੋਂ ਜਲਦ ਸੁਲਝਾਓ। ਅਮਿਤ ਸ਼ਾਹ ਦੇ ਨਾਲ ਮੁਲਾਕਾਤ ਤੋਂ ਬਾਅਦ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਅਮਿਤ ਸ਼ਾਹ ਕਿਸਾਨਾਂ ਦੇ ਨਾਲ ਹੋ ਰਹੀ ਮੀਟਿੰਗ ਦੇ ਵਿੱਚ ਪਹੁੰਚ ਸਕਦੇ ਨੇ, ਕਿਉਂਕਿ ਕਿਸਾਨਾਂ ਅਤੇ ਖੇਤੀਬਾੜੀ ਮੰਤਰੀ ਦੇ ਵਿਚਾਲੇ ਵਿਗਿਆਨ ਭਵਨ ਦੇ ਵਿੱਚ ਮੀਟਿੰਗ ਉਸ ਸਮੇਂ ਤੱਕ ਸ਼ੁਰੂ ਹੋ ਚੁੱਕੀ ਸੀ। 12:15 ਵਜੇ ਦੀ ਮੀਟਿੰਗ ਇਹ ਜਾਰੀ ਹੈ, ਜਿਹੜੀ ਹੁਣ ਵੀ ਜਾਰੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਖੇਤੀ ਕਾਨੂੰਨ ਰੱਦ ਕਰਨ ਦੇ ਉੱਤੇ ਅੜੇ ਹੋਏ ਨੇ ਕਿਸਾਨ। ਤੇ ਸਭ ਤੋਂ ਪਹਿਲੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਕਿਸਾਨ ਅਤੇ ਕੇਂਦਰ ਦੇ ਵਿਚਾਲੇ ਜੋ ਮੀਟਿੰਗ ਹੈ ਉਸ ਦੇ ਵਿੱਚੋਂ ਕਿ ਕਿਸਾਨ ਕਹਿ ਰਹੇ ਨੇ ਕਿ ਤੁਸੀਂ ਐਮਐਸਪੀ ਦੇ ਉੱਤੇ ਸ਼ੋਰਟੀ ਦਿਵੋ, ਗਾਰੰਟੀ ਦਿਵੋ, ਉਹ ਮੰਗ ਰੱਖੀ ਗਈ। ਨਾਲ ਹੀ ਕਾਨੂੰਨ ਰੱਦ ਕਰਨ ਦੀ ਮੰਗ ਰੱਖੀ ਗਈ ਕਿ ਕਾਨੂੰਨ ਜਿਹੜੇ ਹੈਗੇ ਨੇ ਤਿੰਨੋਂ ਇਹ ਰੱਦ ਕਰ ਦਿੱਤੇ ਜਾਣ। ਇੱਕ ਛੋਟਾ ਜਿਹਾ ਟੀ ਬ੍ਰੇਕ ਹੋਇਆ, ਟੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿਹੜੇ ਕਿਸਾਨ ਤੇ ਖੇਤੀਬਾੜੀ ਮੰਤਰੀ ਤੇ ਦੂਜੇ ਮੰਤਰੀ ਬੈਠੇ ਗੱਲਬਾਤ ਨੂੰ ਅੱਗੇ ਤੋੜਿਆ ਗਿਆ। ਉਸ ਤੋਂ ਬਾਅਦ ਜਦੋਂ ਲੰਚ ਦਾ ਸਮਾਂ ਆਇਆ
ਤਾਂ ਲੰਚ ਦੇ ਸਮੇਂ ਉੱਤੇ ਕਿਉਂਕਿ ਰੋਟੀ ਦਾ ਇੰਤਜ਼ਾਮ ਤਾਂ ਕੀਤਾ ਗਿਆ ਹੁੰਦਾ ਹੈ ਸਰਕਾਰ ਦੇ ਵੱਲੋਂ, ਸਾਨੂੰ ਯਾਦ ਹੈ 13 ਨਵੰਬਰ ਦੀ ਮੀਟਿੰਗ ਦੇ ਦੌਰਾਨ ਕੀਤਾ ਗਿਆ ਸੀ, ਉਹ ਤਸਵੀਰਾਂ ਸਾਹਮਣੇ ਆਈਆਂ ਸੀ। ਪਰ ਅੱਜ ਕਿਸਾਨ ਆਪਣਾ ਪੂਰਾ ਇੰਤਜ਼ਾਮ ਕਰਕੇ ਪਹੁੰਚੇ ਸੀ, ਉਹਨਾਂ ਨੇ ਸਰਕਾਰ ਦੇ ਲੰਚ ਤੋਂ ਕਿਨਾਰਾ ਕਰ ਲਿਆ, ਇਨਕਾਰ ਕਰ ਦਿੱਤਾ ਕਿ ਜੋ ਸਰਕਾਰ ਨੇ ਲੰਚ ਦਾ ਇੰਤਜ਼ਾਮ ਕੀਤਾ ਉਹ ਲੰਚ ਨਹੀਂ ਕਰਨਗੇ, ਬਲਕਿ ਉਹ ਖੁਦ ਆਪਣੇ ਲਈ ਲੰਗਰ ਲੈ ਕੇ ਆਏ ਨੇ, ਕਿਉਂਕਿ 6 ਮਹੀਨੇ ਦਾ ਰਾਸ਼ਨ ਉਹਨਾਂ ਦੇ ਨਾਲ ਹੈ, ਇਸ ਕਰਕੇ ਉਹ ਸਰਕਾਰ ਦਾ ਲੰਚ ਨਹੀਂ ਕਰਨਗੇ। ਕਿਸਾਨ ਬਾਹਰ ਆ ਗਏ, ਲੱਗਿਆ ਕਿ ਉਸ ਸਮੇਂ 3:15 ਦਾ ਟਾਈਮ 3 ਵਜੇ ਦਾ ਟਾਈਮ ਸੀ, ਲੱਗਿਆ ਕਿ ਕਿਸਾਨ ਬਾਹਰ ਆ ਰਹੇ ਨੇ, ਸ਼ਾਇਦ ਮੀਟਿੰਗ ਖਤਮ ਹੋ ਗਈ, ਪਰ ਨਹੀਂ, ਉਹ ਕਲੀਅਰ ਕੀਤਾ ਗਿਆ ਕਿ ਮੀਟਿੰਗ ਖਤਮ ਨਹੀਂ ਹੋਈ ਹੈ, ਪਹਿਲੇ ਗੇਟ ਦੀ ਮੀਟਿੰਗ ਖਤਮ ਹੋ ਗਈ ਹੈ ਤੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਲੰਗਰ ਲੈਣ ਦੇ ਲਈ ਬਾਹਰ ਆਈਆਂ ਨੇ, ਆਗੂ ਬਾਹਰ ਲੰਗਰ ਲੈਣ ਦੇ ਲਈ ਆਏ ਨੇ, ਲੰਗਰ ਲੈ ਕੇ ਉਹ ਵਾਪਸ ਪਰਤੇ, ਅੰਦਰ ਜਾ ਕੇ ਲੰਗਰ ਉਹਨਾਂ ਨੂੰ ਵਰਤਾਇਆ ਗਿਆ ਤੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਮੰਤਰੀਆਂ ਦੇ ਲੰਚ ਨਹੀਂ ਕੀਤਾ, ਉਹਨਾਂ ਨੇ ਆਪਣਾ ਲੰਗਰ ਉੱਥੋਂ ਲਿਆ, ਉਸ ਤੋਂ ਬਾਅਦ ਹੇਠਾਂ ਜ਼ਮੀਨ ਦੇ ਉੱਤੇ ਬੈਠ ਕੇ ਪੁੰਜੇ ਬੈਠ ਕੇ ਆਪਣਾ ਜਿਹੜਾ ਲੰਗਰ ਹੈ ਉਹ ਛਕਿਆ। ਤੇ ਇਹ ਹੁਣ ਤੱਕ ਦੀ ਅਪਡੇਟ ਹੈ ਤੇ ਲੰਚ ਵਾਲੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਗੋਲ ਟੇਬਲ ਤੇ ਜਾ ਕੇ ਬੈਠ ਗਏ ਨੇ ਮੰਤਰੀ ਵੀ ਤੇ ਕਿਸਾਨ ਆਗੂ ਵੀ, ਤੇ ਗੱਲਬਾਤ ਇੱਕ ਵਾਰ ਫਿਰ ਤੋਂ ਅੱਗੇ ਤੋਰੀ ਜਾ ਰਹੀ ਹੈ ਤੇ ਉਮੀਦ ਇਸ ਮੀਟਿੰਗ ਦੇ ਉੱਤੇ ਨਹੀਂ ਕਿ ਜਦੋਂ ਸ਼ਾਮ ਨੂੰ ਖਤਮ ਹੋਏਗੀ, ਕਿਉਂਕਿ ਕਿਆਸ ਇਹ ਵੀ ਲਗਾਏ ਜਾ ਰਹੇ ਨੇ ਕਿ ਅਗਲੇ 2 ਤੋਂ 3 ਘੰਟੇ ਇਹ ਮੀਟਿੰਗ ਚੱਲਦੀ ਰਹਿ ਸਕਦੀ ਹੈ, ਤਾਂ ਹੋ ਸਕਦਾ ਹੈ ਸ਼ਾਮ ਨੂੰ 6 ਵਜੇ 7 ਵਜੇ ਤੱਕ ਇਹ ਮੀਟਿੰਗ ਚੱਲਦੀ ਰਹੇ, ਤਾਂ ਉਸ ਦਾ ਵੀ ਇੰਤਜ਼ਾਰ ਰਹੇਗਾ ਕਿ ਮੀਟਿੰਗ ਕਦੋਂ ਖਤਮ ਹੁੰਦੀ ਹੈ, ਕਿਸਾਨ ਬਾਹਰ ਆ ਕੇ ਕੀ ਗੱਲ ਕਰਦੇ ਨੇ। ਪਰ ਇਸ ਸਭ ਦੇ ਵਿਚਾਲੇ ਇਹ ਤਾਂ ਰਿਹਾ ਕਿਸਾਨਾਂ ਤੇ ਕੇਂਦਰ ਦੀ ਮੀਟਿੰਗ ਤੇ ਮੁੱਖ ਮੰਤਰੀ ਤੇ ਅਮਿਤ ਸ਼ਾਹ ਦੀ ਮੀਟਿੰਗ ਦਾ ਹਾਲ, ਪਰ ਕੁਝ ਵੱਖਰਾ ਵੀ ਹੋਇਆ। ਜੀ ਹਾਂ, ਵੱਖਰਾ ਇਹ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਫੈਸਲਾ ਕਰਦੇ ਹੋਏ ਆਪਣਾ ਅਵਾਰਡ ਵਾਪਸ ਕਰ ਦਿੱਤਾ। ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦਾ ਦਾਅਵਾ ਕੀਤਾ ਗਿਆ। ਅਵਾਰਡ ਵਾਪਸੀ ਦੀ ਸ਼ੁਰੂਆਤ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਕਰ ਦਿੱਤੀ ਗਈ। ਅਵਾਰਡ ਵਾਪਸੀ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਪਦਮ ਵਿਭੂਸ਼ਣ ਜਿਹੜਾ ਸਾਬਕਾ ਮੁੱਖ ਮੰਤਰੀ ਨੇ 2015 ਚ ਮਿਲਿਆ ਸੀ, ਉਹਨਾਂ ਨੇ ਛੱਡਿਆ, ਉਹਨਾਂ ਨੇ ਵਾਪਸ ਕੀਤਾ, ਤਾਂ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ, ਉਸ ਤੋਂ ਬਾਅਦ ਹੋਰ ਵੀ ਕਈ ਨਾਮ ਨਿਕਲ ਕੇ ਸਾਹਮਣੇ ਆ ਗਏ, ਪ੍ਰਗਟ ਸਿੰਘ ਦੇ ਨਾਮ ਦੀਆਂ ਵੀ ਚਰਚਾਵਾਂ ਹੋ ਰਹੀਆਂ ਨੇ ਤੇ ਇਹ ਅਵਾਰਡ ਵਾਪਸੀ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ। ਕਿਸਾਨਾਂ ਦੇ ਨਾਲ ਖੜਨ ਦਾ ਜ਼ਿਕਰ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਜ਼ਿਕਰ। ਇਸ ਸਮੇਂ ਅਸੀਂ ਤੁਹਾਨੂੰ 3 ਤਸਵੀਰਾਂ ਦਿਖਾ ਰਹੇ ਹਾਂ। ਪਹਿਲੀ ਤਸਵੀਰ ਵਿਗਿਆਨ ਭਵਨ ਦੇ ਬਾਹਰ ਤੋਂ ਲਾਈਵ ਹੈ। ਇਸ ਸਮੇਂ ਸਾਡੇ ਸਹਿਯੋਗੀ ਲਗਾਤਾਰ ਉੱਥੇ ਡਟੇ ਹੋਏ ਨੇ। ਸਾਡੀ ਕੋਸ਼ਿਸ਼ ਹੈ ਕਿ ਹਰ ਇੱਕ ਅਪਡੇਟ ਜਿਵੇਂ ਕਿਸਾਨ ਦਿਖਣਗੇ ਇੱਕੋ ਲਖਤ ਅਸੀਂ ਜਾਵਾਂਗੇ ਵਿਗਿਆਨ ਭਵਨ ਤੇ ਅਪਡੇਟ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਉੱਥੋਂ ਜਿਵੇਂ ਹੀ ਅਪਡੇਟ ਆਉਂਦੀ ਹੈ ਮੇਰੇ ਸਹਿਯੋਗੀ ਉੱਥੇ ਪੰਕਜ ਕਪਾਹੀ ਹੈਗੇ ਨੇ, ਸਾਡੇ ਸਹਿਯੋਗੀ ਉੱਥੇ ਰੋਹਿਤ ਬੰਸਲ ਹੈਗੇ ਨੇ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਖਬਰ ਕੋਈ ਵੀ ਤਸਵੀਰ ਸਾਡੇ ਦਰਸ਼ਕਾਂ ਤੱਕ ਪਹੁੰਚਣੋਂ ਰਹਿ ਨਾ ਜਾਵੇ। ਇਸ ਕਰਕੇ ਕਈ ਟੀਮਾਂ ਨਿਊਜ਼ 18 ਦੀਆਂ ਉੱਥੇ ਪਹੁੰਚੀਆਂ ਹੋਈਆਂ ਨੇ, ਤਾਂ ਜਿਵੇਂ ਕੋਈ ਅਪਡੇਟ ਆਂਦਾ ਅਸੀਂ ਫੌਰੀ ਤੌਰ ਤੇ ਉਹਨਾਂ ਦੇ ਕੋਲ ਜਾਵਾਂਗੇ। ਤੇ ਦੂਜੀ ਤਸਵੀਰ ਤੁਸੀਂ ਦੇਖ ਰਹੇ ਹੋ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਜਿਹੜੀ ਮੀਟਿੰਗ ਜਾਰੀ ਹੈ ਤੇ ਆਪੋ ਆਪਣੇ ਸਟੈਂਡ ਦੇ ਉੱਤੇ ਦੋਵੇਂ ਧਿਰਾਂ ਫਿਲਹਾਲ ਅੜੀਆਂ ਹੋਈਆਂ ਨੇ ਜੋ ਸਾਡੇ ਕੋਲ ਜਾਣਕਾਰੀ ਪਹੁੰਚੀ। ਤੇ ਤੀਜੀ, ਅੰਦੋਲਨ ਤੋਂ ਹੀ ਖਾਣਾ ਆਇਆ, ਲੰਗਰ ਮੰਗਾਇਆ ਗਿਆ ਤੇ ਹੇਠਾਂ ਪੁੰਜੇ ਬੈਠ ਕੇ ਖਾਇਆ ਗਿਆ। ਪੰਕਜ ਦਾ ਰੁਖ ਕਰ ਲੈਣੇ ਇੱਕ ਵਾਰ ਫਿਰ ਤੋਂ। ਪੰਕਜ ਲਗਾਤਾਰ ਸਾਡੇ ਨਾਲ ਵਿਗਿਆਨ ਭਵਨ ਦੇ ਬਾਹਰ ਤੋਂ ਜੁਟੇ ਹੋਏ ਨੇ। ਪੰਕਜ, ਅਸੀਂ ਲਗਾਤਾਰ ਅਪਡੇਟ ਦਾ ਜ਼ਿਕਰ ਕਰ ਰਹੇ ਹਾਂ, ਪਰ ਸਵੇਰ ਦੀ ਮੀਟਿੰਗ ਤੁਸੀਂ ਕਹਿ ਰਹੇ ਹੋ ਕਿ ਪਹਿਲੇ ਗੇਟ ਦੀ ਮੀਟਿੰਗ ਬੇਸਿੱਟਾ ਰਹੀ ਹੈ, ਕੋਈ ਅਜਿਹਾ ਪੋਜ਼ਿਟਿਵ ਪੁਆਇੰਟ ਨਹੀਂ ਹੈ ਜਿਸ ਦੇ ਉੱਤੇ ਸੋਚਿਆ ਜਾਵੇ ਕਿ ਠੀਕ ਹੈ ਗੱਲਬਾਤ ਜਿਹੜੀ ਸਿਰੇ ਲੱਗਦੀ ਹੋਈ ਨਜ਼ਰ ਆ ਰਹੀ ਹੈ। ਪਰ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿ ਮੁਲਾਕਾਤ ਹੋਰ ਕਿੰਨੀ ਲੰਬੀ ਚੱਲ ਸਕਦੀ ਹੈ। ਕਿ ਸਰਕਾਰ ਦੇ ਰੁਖ ਤੋਂ ਕੁਝ ਸਾਫ਼ ਕਿਸਾਨਾਂ ਨੂੰ ਹੋ ਰਿਹਾ ਹੈ ਜਾਂ ਆਪੋ ਆਪਣੇ ਸਟੈਂਡ ਦੇ ਉੱਤੇ ਅੜੇ ਹੋਏ ਨੇ? ਕਿਉਂਕਿ ਇੱਕ ਦਿਨ ਪਹਿਲਾਂ ਅਸੀਂ ਬਹੁਤ ਇਸ ਦੇ ਉੱਤੇ ਚਰਚਾ ਕੀਤੀ ਹੈ ਕਿ ਸੋਧ ਦੇ ਜ਼ਰੀਏ ਕੋਈ ਹੱਲ ਨਿਕਲ ਸਕਦਾ ਹੈ, ਕਿ ਸੋਧ ਇਸ ਪੂਰੀ ਸਮੱਸਿਆ ਦਾ ਕੋਈ ਹੱਲ ਹੋ ਸਕਦਾ ਹੈ, ਕਿ ਅਮੈਂਡਮੈਂਟ ਕਰ ਦਿੱਤੀ ਜਾਵੇ ਖੇਤੀ ਕਾਨੂੰਨਾਂ ਦੇ ਵਿੱਚ, ਕਿ ਅਮੈਂਡਮੈਂਟ ਦੇ ਉੱਤੇ ਕੋਈ ਗੱਲਬਾਤ ਹੋ ਰਹੀ ਹੈ। ਕਿਸਾਨ ਆਗੂ ਸਾਡੇ ਨਾਲ ਕੱਲ ਵੀ ਜੁੜੇ ਸੀ, ਬੂਟਾ ਸਿੰਘ ਬੁਰਜਗਿਲ ਜੁੜੇ ਸੀ, ਉਹ ਕਹਿੰਦੇ ਸਰਕਾਰ ਕੋਈ ਪ੍ਰਪੋਜ਼ਲ ਲੈ ਕੇ ਨਹੀਂ ਆਈ, ਕੋਈ ਸਰਕਾਰ ਪ੍ਰਪੋਜ਼ਲ ਲੈ ਕੇ ਆਵੇ ਉਸ ਤੋਂ ਬਾਅਦ ਅਸੀਂ ਸੋਚੀਏ ਕਿ ਅਸੀਂ ਅਮੈਂਡਮੈਂਟ ਦੇ ਉੱਤੇ ਮੰਨਣਾ ਕਿ ਨਹੀਂ ਮੰਨਣਾ। ਤੁਹਾਡੇ ਕੋਲ ਕੀ ਅਪਡੇਟ ਹੈ ਕਿ ਕੋਈ ਅਮੈਂਡਮੈਂਟ ਵਾਲੇ ਪਾਸੇ, ਕੋਈ ਸੋਧ ਵਾਲੇ ਪਾਸੇ ਕਿਸੇ ਤਰੀਕੇ ਨਾਲ ਕਿਸਾਨ ਅੱਗੇ ਵੱਧ ਸਕਦੇ ਨੇ? ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਗੱਲਬਾਤ ਮੁਕਾਉਣੀ ਹੋਵੇ, ਕਿਸੇ ਮਸਲੇ ਨੂੰ ਸੁਲਝਾਉਣਾ ਹੋਵੇ, ਤਾਂ ਦੋਵੇਂ ਧਿਰਾਂ ਨੂੰ 2 ਕਦਮ ਅੱਗੇ ਵਧਣੇ ਪੈਂਦੇ ਨੇ, 2 ਕਦਮ ਪਿੱਛੇ ਵੀ ਹਟਣੇ ਪੈਂਦੇ ਨੇ। ਉਹ ਕਿਸਾਨ ਵੀ ਜਾਣਦੇ ਨੇ, ਸਰਕਾਰ ਵੀ ਜਾਣਦੀ ਹੈ। ਤਾਂ ਕੋਈ ਅੱਗੇ ਵਧਣ ਨੂੰ, ਕੋਈ ਪਿੱਛੇ ਹਟਣ ਨੂੰ ਤਿਆਰ ਹੈ ਜਾਂ ਨਹੀਂ? ਗੌਰਵ, ਇਸ ਵੇਲੇ ਜੋ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ, ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਕਿ ਕਿਸਾਨਾਂ ਨੇ ਕਹਿਣਾ ਹੈ ਕਿ ਹੁਣ ਗੱਲਬਾਤ ਨਹੀਂ ਕੀਤੀ ਜਾਏਗੀ, ਤੁਸੀਂ ਇਹ ਦੱਸੋ ਕਿ ਕਾਨੂੰਨ ਵਾਪਸ ਕਰੋਗੇ ਜਾਂ ਨਹੀਂ ਕਰੋਗੇ। ਅਗਰ ਤਾਂ ਕਾਨੂੰਨ ਵਾਪਸ ਕਰੋਗੇ ਤਾਂ ਹੀ ਗੱਲ ਚੱਲਾਂਗੇ, ਕਿਉਂਕਿ ਸਾਨੂੰ ਲਗਾਤਾਰ ਜਵਾਬ ਦੇਣਾ ਪੈਂਦਾ ਵਾ। ਅਸੀਂ ਜਦੋਂ ਅੰਦੋਲਨ 'ਚ ਵਾਪਸ ਜਾਂਦੇ ਹਾਂ ਤਾਂ ਹਰ ਵਾਰ ਇਹੀ ਕਹੀਦਾ ਕਿ ਮੀਟਿੰਗ ਬੇਸਿੱਟਾ ਰਹੀ, ਤਾਂ ਹਰ ਵਾਰ ਉੱਥੇ ਜਿਹੜੇ ਕਿਸਾਨ ਨੇ ਲੱਖਾਂ ਪਹੁੰਚੇ ਹੋਏ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਫਿਰ ਇੰਨਾ ਟਾਈਮ ਕਿਉਂ ਖਰਾਬ ਕਰ ਰਹੇ ਹੋ, ਇੱਥੇ ਹੀ ਬੈਠੇ ਰਹੋ। ਤਾਂ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ
ਉਹ ਬੋਲਦੇ ਹੋਏ ਨਜ਼ਰ ਆਣਗੇ, ਉਹ ਕਿਸਾਨਾਂ ਨਾਲ ਗੱਲਬਾਤ ਕਰਨਗੇ, ਉਹ ਕਿਸਾਨਾਂ ਨੂੰ ਦੱਸਣਗੇ, ਕਿਉਂਕਿ ਅਜੇ ਤੱਕ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਬੋਲੇ ਨਹੀਂ ਸੀਗੇ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੁਣ ਗੱਲ ਕਰਨਗੇ, ਕਿਉਂਕਿ ਕਿਸਾਨਾਂ ਦਾ ਸਾਫ਼ ਕਹਿਣਾ ਸੀਗਾ। ਦੂਸਰੇ ਰਾਊਂਡ 'ਚ ਕਿਸਾਨਾਂ ਨੇ ਸਾਫ਼ ਕਿਹਾ ਕਿ ਤੁਸੀਂ ਦੱਸੋ ਕਾਨੂੰਨ ਵਾਪਸ ਹੋਣਗੇ ਜਾਂ ਨਹੀਂ ਹੋਣਗੇ। ਅਗਰ ਵਾਪਸ ਕਰੋਗੇ ਤਾਂ ਠੀਕ ਹੈ, ਅਗਰ ਨਹੀਂ ਵਾਪਸ ਕਰੋਗੇ ਤਾਂ ਅਸੀਂ ਆਪਣੇ ਅੰਦੋਲਨ 'ਚ ਜਾ ਕੇ ਬੈਠ ਜਾਵਾਂਗੇ, ਅਸੀਂ ਦੁਬਾਰਾ ਗੱਲ ਕਰਨ ਨਹੀਂ ਆਵਾਂਗੇ। ਤਾਂ ਹੁਣ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਣਾ ਨੇ ਜਿਹੜਾ ਵੈ ਕਿਸਾਨਾਂ ਨੂੰ ਇਸ ਮੁਤਲਕ ਅੱਗੇ ਦੀ ਗੱਲਬਾਤ ਜਿਹੜੀ ਉਹ ਕਰਨੀ ਹੈ। ਔਰ ਇਹ ਤਸਵੀਰਾਂ ਦਿਖਾ ਰਹੇ ਹਾਂ, ਵਿਗਿਆਨ ਭਵਨ ਦੇ ਬਾਹਰ ਦੀਆਂ ਤਸਵੀਰਾਂ ਨੇ, ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ। ਔਰ ਕੀ ਹੁਣ ਖੇਤੀਬਾੜੀ ਮੰਤਰੀ ਬੋਲਣਗੇ, ਕੀ ਖੇਤੀਬਾੜੀ ਮੰਤਰੀ ਇਸ 'ਤੇ ਵਿਚਾਰ ਕਰਨਗੇ, ਕੀ 1-2 ਦਿਨਾਂ ਦਾ ਸਮਾਂ ਲਿੱਤਾ ਜਾਏਗਾ ਜਾਂ ਫਿਰ ਕਿਵੇਂ? ਕਿਉਂਕਿ ਸਰਕਾਰ ਕੁਛ ਹੱਦ ਤੱਕ ਸੋਧ ਕਰਨ ਨੂੰ ਤਿਆਰ ਹੈ, ਲੇਕਿਨ ਕਿਸਾਨ ਤਾਂ ਇਸ ਗੱਲ ਤੇ ਅੜੇ ਨੇ ਕਿ ਕਾਨੂੰਨ ਵਾਪਸ ਕਰੋ। ਔਰ ਕਿਸਾਨਾਂ ਨੇ ਇਹੀ ਕਿਹਾ ਕਿ ਤੁਸੀਂ ਹਰ ਵਾਰ ਸਾਨੂੰ ਸਮਝਾ ਕੇ ਭੇਜ ਦਿੰਦੇ ਹੋ, ਅਸੀਂ ਤੁਹਾਨੂੰ ਸਮਝਾ ਕੇ ਵਾਪਸ ਭੇਜ ਦਿੰਦੇ ਹਾਂ, ਲੇਕਿਨ ਮਸਲੇ ਦਾ ਹੱਲ ਕੋਈ ਵੀ ਨਿਕਲਦਾ ਹੋਇਆ ਨਜ਼ਰ ਨਹੀਂ ਆਉਂਦਾ। ਔਰ ਇਸੇ ਵਜ੍ਹਾ ਕਰਕੇ ਹੁਣ ਜਦੋਂ ਖੇਤੀਬਾੜੀ ਮੰਤਰੀ ਬੋਲਣਗੇ ਤਾਂ ਅੱਗੋਂ ਕਿਸ ਤਰੀਕੇ ਨਾਲ ਰਹੇਗਾ। ਕੋਈ ਕਿਸਾਨ ਜਿਹੜੇ ਬਾਹਰ ਨੇ ਉਹਨਾਂ ਕੋਲ ਵੀ ਪਹੁੰਚ ਜਾਂਦੇ ਹਾਂ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕਿ ਉਹਨਾਂ ਨੂੰ ਅਪਡੇਟ ਕੀ ਆ ਰਹੀ ਹੈ। ਜਾਣਕਾਰੀ ਇਹ ਮਿਲ ਰਹੀ ਹੈ ਕਿ ਕਿਸਾਨ ਆਗੂਆਂ ਨੇ ਸਾਫ਼ ਕਿਹਾ ਹੈ ਕਿ ਅਗਰ ਤਾਂ ਕਾਨੂੰਨ ਵਾਪਸ ਕਰਨੇ ਆ ਤਾਂ ਦੱਸੋ, ਨਹੀਂ ਤਾਂ ਅਸੀਂ ਵਾਪਸ ਅੰਦੋਲਨ 'ਚ ਚੱਲੇ, ਅਸੀਂ ਵਾਰ-ਵਾਰ ਮੀਟਿੰਗਾਂ ਕਰਨ ਨਹੀਂ ਆਵਾਂਗੇ। ਕੀ ਜਾਣਕਾਰੀ ਤੁਹਾਨੂੰ ਮਿਲੀ ਹੈ? ਸਾਡੇ ਸੋਰਸਾਂ ਨਾਲ ਰਾਹੀਂ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ, ਪਹਿਲੇ ਰਾਉਂਡ ਦੀ ਗੱਲਬਾਤ ਤੋਂ ਬਾਅਦ ਆਗੂਆਂ ਨੇ ਸਾਰਿਆਂ ਨੇ ਰਲ ਕੇ ਵਿਉਂਤ ਬਣਾਈ ਹੈ ਕਿ ਇਦੋਂ ਦੂਜੇ ਰਾਉਂਡ 'ਚ ਜਿਹੜੀ ਗੱਲ ਨੇ ਚੱਲਣਾ ਹੈ, ਕੇਂਦਰ ਸਰਕਾਰ ਦੇ ਮੰਤਰੀਆਂ ਦੀ ਗੱਲ ਨੂੰ ਸੁਣੀ ਜਾਣਾ ਹੈ। ਜੇ ਉਹ ਵਿੱਚ ਦੀ ਬੋਲਣ ਨੂੰ ਕਹਿਣਗੇ ਤਾਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਸਾਰਾ ਕੁਝ ਜਿਹੜਾ ਰੱਖਣਾ ਚਾਹੁੰਦੇ ਹੋ ਰੱਖ ਲਓ। ਹੁਣ ਖੇਤੀਬਾੜੀ ਮੰਤਰੀ ਤੋਮਰ ਹੋਰਾਂ ਨੇ ਬੋਲਣਾ, ਨਰਿੰਦਰ ਸਿੰਘ ਤੋਮਰ ਬੋਲਣਗੇ ਤਾਂ ਸਾਰੇ ਕਿਸਾਨ ਆਗੂ ਸੁਣਨਗੇ, ਉਹ ਕੋਈ ਕੁਛ ਅੱਗੋਂ ਬੋਲਣਗੇ ਨਹੀਂ। ਸਾਰੇ ਮੰਤਰੀਆਂ ਦੀ ਗੱਲਬਾਤ ਸੁਣਨਗੇ। ਠੀਕ ਹੈ। ਲਾਸਟ ਦੇ ਵਿੱਚ ਜਦੋਂ ਸਾਰੇ ਮੰਤਰੀ ਹਟ ਗਏ, ਉਹਨਾਂ ਨੂੰ ਇਹ ਪੁੱਛਿਆ ਜਾਊ ਵੀ ਹੋਰ ਤਾਂ ਨਹੀਂ ਬੋਲਣਾ। ਜੇ ਉਹਨਾਂ ਨੇ ਕਹਿਤਾ ਵੀ ਨਹੀਂ ਹੋਰ ਨਹੀਂ ਕੁਝ ਬੋਲਣਾ, ਤਾਂ ਆਗੂਆਂ ਨੇ ਫੈਸਲਾ ਕੀਤਾ ਹੈ ਵੀ ਅਸੀਂ 2 ਗੱਲਾਂ ਕਹਿ ਕੇ ਉਥੋਂ ਤੁਰਾਂਗੇ। 2 ਗੱਲਾਂ ਕਿਹੜੀਆਂ ਨੇ? ਪਹਿਲੀ ਗੱਲ ਤਾਂ ਇਹ ਹੈ ਵੀ ਖੇਤੀ ਨਾਲ ਸੰਬੰਧਿਤ ਜਿਹੜੇ 3 ਕਾਨੂੰਨ ਨੇ, ਇਹਨਾਂ ਤੇ ਜੈਸ ਕਰਦੇ ਹੋ, ਰੱਦ ਕਰਨ ਦੇ ਉੱਤੇ ਕਿ ਨੋ ਕਰਦੇ ਹੋ, ਇਹ ਹੋਊਗੀ ਗੱਲ। ਹਾਂ ਕਰਦੇ ਹੋ ਜਾਂ ਨਾ ਕਰਦੇ ਹੋ। ਦੂਜੀ ਗੱਲ ਬਿਜਲੀ ਬਿੱਲ 2020 ਦਾ ਜਿਹੜਾ ਵਾਪਸ ਤੇ ਹਾਂ ਕਰਦੇ ਹੋ ਜਾਂ ਨਾ ਕਰਦੇ ਹੋ, ਜੈਸ ਕਰਦੇ ਹੋ ਜਾਂ ਨੋ ਕਰਦੇ ਹੋ। ਇਹੀ ਗੱਲ ਨਾਲ ਦੀ ਨਾਲ ਹੋਣੀ ਹੈ। ਜਿਹੜਾ ਉਹਨਾਂ ਨੇ ਦੂਜਾ ਪਰਾਲੀ ਵਾਲਾ ਬਿੱਲ ਬਣਾਇਆ ਹੈ ਵੀ ਇਹ ਵਾਪਸ ਲੈਣ ਤੇ ਹਾਂ ਕਰਦੇ ਹੋ ਜਾਂ ਨਾ ਕਰਦੇ ਹੋ। ਇਹਦੇ ਨਾਲ ਦੀ ਨਾਲ ਇੱਕ ਗੱਲ ਹੋਰ ਹੈ, ਉਹ ਗੱਲ ਇਹ ਹੈ ਵੀ ਜਿਹੜੀ MSP ਹੈ, MSP ਨੂੰ ਪੂਰੇ ਦੇਸ਼ ਦੇ ਵਿੱਚ ਲਾਗੂ ਕਰੋ। ਇਹਨੂੰ ਹਾਂ 'ਚ ਕਹਿੰਦੇ ਹੋ ਹਾਂ ਕਰਾਂਗੇ ਜਾਂ ਨਹੀਂ। ਇਹ ਅਗਰ ਇਹਨਾਂ ਗੱਲਾਂ ਨੂੰ ਕੇਂਦਰ ਸਰਕਾਰ ਨਹੀਂ ਮੰਨਦੀ ਤਾਂ ਉੱਠ ਕੇ ਬਾਹਰ ਆ ਜਾਣਗੇ, ਫਿਰ ਦੁਬਾਰਾ ਮੀਟਿੰਗ ਕੀਤੀ ਜਾਏਗੀ, ਨਹੀਂ ਕੀਤੀ ਜਾਏਗੀ? ਦੇਖੋ, ਉਹ ਇਹ ਕਹਿ ਕੇ ਜੇ ਨਹੀਂ ਪ੍ਰਵਾਨ ਕਰਨਗੇ ਬਾਹਰ ਆਵਾਂਗੇ। ਬਾਹਰ ਆਉਣ ਤੋਂ ਬਾਅਦ ਸਾਡਾ ਅੰਦੋਲਨ ਚੱਲ ਰਿਹਾ, ਅੰਦੋਲਨ ਨੂੰ ਤੇਜ਼ ਕਰਾਂਗੇ। ਉਦੋਂ ਬਾਅਦ ਸਰਕਾਰ ਕੋਈ ਗੱਲਬਾਤ ਭੇਜੂਗੀ, ਉਹ ਤੇ ਵਿਚਾਰ ਹੋਏਗੀ, ਫਿਰ ਮੀਟਿੰਗ ਹੋਏਗੀ। ਤਾਂ ਵੱਡੀ ਜਾਣਕਾਰੀ ਗੌਰਵ, ਵੱਡੀ ਜਾਣਕਾਰੀ ਇਸ ਕਰਕੇ ਵੀ ਇਹੀ ਸੋਰਸਿਸ ਸਾਡੀ ਜਾਣਕਾਰੀ ਦੇ ਰਹੇ ਸੀਗੇ ਕਿ 3 ਕਾਨੂੰਨ ਰੱਦ ਕਰੋ, ਹਾਂ ਕਰਦੇ ਹੋ ਜਾਂ ਨਾ ਕਰਦੇ ਹੋ। ਇਸ ਦੇ ਨਾਲ ਜਿਹੜੇ 2 ਨਵੇਂ, ਇੱਕ ਤਾਂ ਪਰਾਲੀ ਨੂੰ ਲੈ ਕੇ ਆਰਡੀਨੈਂਸ ਲਿਆਂਦਾ ਗਿਆ, ਉਸ ਨੂੰ ਰੱਦ ਕਰੋਗੇ ਜਾਂ ਨਹੀਂ ਰੱਦ ਕਰੋਗੇ, ਇਹ ਪੁੱਛਿਆ ਜਾਏਗਾ। ਔਰ ਫਿਲਹਾਲ ਮੰਤਰੀਆਂ ਦੀ ਗੱਲ ਸੁਣੀ ਜਾਏਗੀ। ਮੰਤਰੀ ਜਿਹੜੇ ਨੇ ਉਹ ਬੋਲ ਰਹੇ ਨੇ, ਮੰਤਰੀ ਜਿਹੜੇ ਨੇ ਉਹ ਜਾਣਕਾਰੀ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਦੇ ਰਹੇ ਨੇ। ਇਹ ਸੈਕਿੰਡ ਰਾਊਂਡ ਦੀ ਮੀਟਿੰਗ ਹੈ, ਸੈਕਿੰਡ ਰਾਊਂਡ ਦੀ ਮੀਟਿੰਗ 'ਚ ਗੱਲਬਾਤ ਹੋ ਰਹੀ ਹੈ ਔਰ ਉਸ ਤੋਂ ਬਾਅਦ ਹੀ ਅੱਗੇ ਫੈਸਲਾ ਲਿੱਤਾ ਜਾਏਗਾ। ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਹੈ ਕਿ 3 ਕਾਨੂੰਨ ਰੱਦ ਕਰੋਗੇ ਜਾਂ ਨਹੀਂ ਰੱਦ ਕਰੋਗੇ। ਇਸ ਦੇ ਨਾਲ ਇਲੈਕਟ੍ਰਿਸਿਟੀ 2020 ਇਸ ਨੂੰ ਰੱਦ ਕਰੋਗੇ ਜਾਂ ਨਹੀਂ ਰੱਦ ਕਰੋਗੇ, ਇਹ 5 ਗੱਲਾਂ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਰੱਖੀ ਜਾਏਗੀ। ਅੰਦਰ ਮੀਟਿੰਗ ਚੱਲ ਰਹੀ ਹੈ, ਜਿਵੇਂ ਹੀ ਕੋਈ ਵੀ ਅਪਡੇਟ ਆਏਗਾ ਸਭ ਤੋਂ ਪਹਿਲਾਂ ਨਿਊਜ਼ 18 ਸਟੀਕ ਜਾਣਕਾਰੀ ਦੇ ਨਾਲ ਪਹੁੰਚਾਏਗਾ, ਕਿਉਂਕਿ ਸਾਡੇ ਸੋਰਸਿਸ ਅੰਦਰ ਨੇ। ਅੰਦਰ ਕਿਸਾਨ ਆਗੂ ਸਾਨੂੰ ਇੱਕ ਅਪਡੇਟ ਦੇ ਰਹੇ ਨੇ। ਇਹ ਇਸ ਵੇਲੇ ਦੀ ਅਪਡੇਟ ਆਈ ਹੈ ਕਿ ਹੁਣ ਸੈਕਿੰਡ ਰਾਊਂਡ 'ਚ ਮੰਤਰੀਆਂ ਦੀ ਗੱਲ ਸੁਣੀ ਜਾਏਗੀ। ਮੰਤਰੀਆਂ ਦੀ ਗੱਲ ਸੁਣਨ ਤੋਂ ਬਾਅਦ ਕਿਸਾਨ ਸਿਰਫ ਇੰਨਾ ਕਹਿਣਗੇ ਕਿ ਤੁਸੀਂ ਤਾਂ ਇਹ ਦੱਸੋ ਕਿ ਕਾਨੂੰਨ ਰੱਦ ਕਰੋਗੇ ਜਾਂ ਨਹੀਂ ਰੱਦ ਕਰੋਗੇ। ਗੌਰਵ ਜੀ ਬਿਲਕੁਲ, ਤਾਂ ਇਸ ਸਮੇਂ ਵੱਡੀ ਅਪਡੇਟ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਕੁਝ ਜਿਹੜੀ ਦਿੱਲੀ ਦੇ ਵਿੱਚ ਵਿਗਿਆਨ ਭਵਨ ਦੇ ਵਿੱਚ ਮੀਟਿੰਗ ਜਾਰੀ ਹੈ, ਉਸ ਦੇ ਵਿੱਚ ਕਿਸਾਨ ਜਥੇਬੰਦੀਆਂ ਕੀ ਕਹਿ ਰਹੀਆਂ ਨੇ। ਤਾਂ ਕੇਂਦਰ ਨੂੰ ਕਿਸਾਨਾਂ ਦੀ 2 ਟੁਕ ਇਸ ਸਮੇਂ ਦੀ ਵੱਡੀ ਖਬਰ ਹੈ। ਕੇਂਦਰ ਨੂੰ ਕਿਸਾਨਾਂ ਦੀ 2 ਟੁਕ ਦੇ ਵਿੱਚ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਸਮਾਂ ਖਰਾਬ ਨਾ ਕਰੋ, ਹਾਂ ਨਾ ਦੇ ਵਿੱਚ ਜਵਾਬ ਦਿਵੋ। ਕਾਨੂੰਨ ਰੱਦ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ। ਹੁਣ ਗੱਲਬਾਤ ਨਹੀਂ ਕਰਾਂਗੇ, ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਹੈ ਤੇ ਉਹ ਵੀ ਕਹਿ ਰਹੇ ਨਜ਼ਰ ਆਏ ਕਿ ਸਾਡਾ ਸਮਾਂ ਖਰਾਬ ਨਾ ਕੀਤਾ ਜਾਵੇ, ਕਾਨੂੰਨ ਰੱਦ ਨਾ ਕੀਤੇ ਜਾਣ ਤੇ ਅੰਦੋਲਨ ਜਾਰੀ ਰਹੇਗਾ। ਇਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਾਫ਼ ਕੀਤਾ ਗਿਆ ਹੈ। ਹੁਣ ਇੱਕ ਦਿਨ ਛੱਡ ਕੇ ਮੀਟਿੰਗਾਂ ਹੁੰਦੀਆਂ ਨੇ
1 ਤਰੀਕ ਨੂੰ ਮੀਟਿੰਗ ਹੋਈ ਸੀ, 2 ਤਰੀਕ ਕਿਸਾਨਾਂ ਨੇ ਮੀਟਿੰਗ ਕੀਤੀ ਆਪਸ ਦੇ ਵਿੱਚ, 3 ਤਰੀਕ ਨੂੰ ਇੱਕ ਵਾਰ ਫਿਰ ਤੋਂ ਮੀਟਿੰਗ। ਤਾਂ ਹੁਣ ਤੱਕ ਜੋ ਜਾਣਕਾਰੀ ਉਹ ਇਹੀ ਹੈ ਕਿ 4 ਤਰੀਕ ਤੋਂ ਬਾਅਦ 5 ਨੂੰ ਫਿਰ ਮੀਟਿੰਗ ਹੋਏਗੀ, 6 ਤੋਂ ਬਾਅਦ 7 ਨੂੰ ਫਿਰ ਮੀਟਿੰਗ ਹੋਏਗੀ ਤੇ ਜੇਕਰ ਮੀਟਿੰਗਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਤਰੀਕੇ ਨਾਲ ਅੱਗੇ ਵਧਦੇ ਰਹਿਣਗੇ। ਪਰ ਜੋ ਹੁਣ ਨਜ਼ਰ ਆ ਰਿਹਾ ਹੈ, ਜੋ ਹੁਣ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ, ਉਹ ਇਹ ਵੀ ਇਸ਼ਾਰਾ ਕਰ ਰਹੀ ਹੈ ਕਿ ਜੇਕਰ ਅੱਜ ਦੀ ਗੱਲਬਾਤ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਕੋਈ ਸਾਰਥਕ ਗੱਲਬਾਤ ਹੁੰਦੀ ਹੋਈ ਨਜ਼ਰ ਨਹੀਂ ਆਈ ਤਾਂ ਫਿਰ ਸਿੱਧਾ ਇਸ ਦਾ ਮਤਲਬ ਹੋਏਗਾ ਕਿ ਅਗਲੀ ਵਾਲੀਆਂ ਮੀਟਿੰਗਾਂ ਬਾਰੇ ਵੀ ਕਿਸਾਨਾਂ ਨੂੰ ਵਿਚਾਰ ਕਰਨਾ ਹੋਏਗਾ, ਕਿਉਂਕਿ ਕਿਸਾਨ ਜਥੇਬੰਦੀਆਂ ਇਹ ਗੱਲ ਲੈ ਕੇ ਉੱਥੇ ਪਹੁੰਚਦੀਆਂ ਨੇ ਕਿ ਤੁਸੀਂ ਕਰਨਾ ਕੀ ਹੈ, ਦੱਸੋ ਕਿ ਤੁਸੀਂ ਕਾਨੂੰਨਾਂ ਨੂੰ ਵਾਪਸ ਲੈਣ ਦੇ ਲਈ ਤਿਆਰ ਹੋ, ਕਿ ਤੁਸੀਂ ਇਸ ਬਾਰੇ ਕੋਈ ਰਣਨੀਤੀ ਬਣਾ ਰਹੇ ਹੋ, ਜੇਕਰ ਨਹੀਂ ਬਣਾ ਰਹੇ ਤਾਂ ਫਿਰ ਤੁਹਾਡਾ ਅੱਗੇ ਦਾ ਕੀ ਰੋਡ ਮੈਪ ਹੈ ਉਹ ਦੱਸੋ। ਤਾਂ ਹੋ ਸਕਦਾ ਹੈ ਕਿ ਅੱਜ ਗੱਲਬਾਤ ਜੇਕਰ ਸਿਰੇ ਨਹੀਂ ਚੜਦੀ ਤਾਂ ਫਿਰ ਅੱਗੇ ਵਾਲੀਆਂ ਮੀਟਿੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਕੋਈ ਵੱਡਾ ਐਲਾਨ ਕਰ ਦੇਣ ਜਾਂ ਫਿਰ ਮੀਟਿੰਗਾਂ ਦੇ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕਰ ਦਿੱਤਾ ਜਾਵੇ। ਇਹ ਵੱਡੀ ਖਬਰ ਦਿਨ ਦੀ ਹੋ ਸਕਦੀ ਹੈ। ਹਾਲਾਂਕਿ ਦੇਖਣਾ ਹੋਵੇਗਾ ਕਿ ਅਗਲੇ 1-2 ਘੰਟੇ ਦੇ ਵਿੱਚ ਜਦੋਂ ਵੀ ਮੀਟਿੰਗ ਖਤਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਕੀ ਕਹਿੰਦੀਆਂ ਨੇ। 2 ਗੇੜ ਦੇ ਵਿੱਚ ਅਸੀਂ ਮੀਟਿੰਗ ਨੂੰ ਵੰਡ ਰਹੇ ਹਾਂ। ਇੱਕ ਪਾਸੇ ਸਵੇਰ ਦਾ ਸਮਾਂ, ਲੰਚ ਤੋਂ ਪਹਿਲਾਂ ਦਾ ਸਮਾਂ, ਤੇ ਉਸ ਦੇ ਵਿੱਚ ਗੱਲਬਾਤ ਹੋਈ, ਐਮਐਸਪੀ ਦਾ ਜ਼ਿਕਰ ਹੋਇਆ, ਕਿਸਾਨਾਂ ਨੇ ਆਪਣੀ ਗੱਲ ਰੱਖੀ। ਉਸ ਤੋਂ ਬਾਅਦ ਲੰਚ ਹੋਇਆ, ਦੁਪਹਿਰ ਦੇ ਖਾਣੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿਹੜਾ ਰਾਉਂਡ ਟੇਬਲ ਹੈ ਉਸ ਦੇ ਉੱਤੇ ਬੈਠੇ ਹੋਏ ਨੇ ਕਿਸਾਨ ਤੇ ਕੇਂਦਰ ਦੇ ਮੰਤਰੀ ਤੇ ਉਹਨਾਂ ਦੇ ਨਾਲ ਗੱਲਬਾਤ ਜਾਰੀ ਹੈ ਤੇ ਉਹ ਜ਼ਿਕਰ ਹੁਣ ਕੇਂਦਰ ਦੀ ਸਰਕਾਰ ਕਰ ਰਹੀ ਹੈ। रुक करते हैं इस समय साडे नाल रतनलाल कटारिया जी जुड़ रहे हैं जो कि केंद्रीय राज्य मंत्री ने। कटारिया जी बहुत बहुत स्वागत है आपका। पहला सवाल यही, उम्मीद है आज की मीटिंग से आपको कि किसानों का मसला हल हो जाएगा? हाँ, हमें पूरी उम्मीद है कि किसानों का मसला आज भारत सरकार के प्रयत्नों से हल हो जाएगा और हमारा अन्नदाता ये धरने को छोड़कर फिर से सामान्य स्थिति के अंदर आएगा। जी कटारिया जी, आप जिक्र कर रहे हैं, बीजेपी लगातार जिक्र कर रही है कि ये तो किसान हितैषी है कानून। देखिए, प्रकाश सिंह बादल ने अपना अवार्ड वापस कर दिया है और पंजाब के बहुत बड़े बड़े लोग हैं, जो बड़ी शख्सियतें हैं, वो भी अपना अवार्ड वापस कर रही हैं। बीजेपी इसको किस तरह से देखती है, आप किस तरह से देखते हैं? ये प्रेशर डालने की कोशिश कहीं ना कहीं? हाँ, मैं ये कहना चाहूंगा कि पहले भी इस प्रकार की घटनाएं हुई हैं कि बड़े बड़े प्रतिष्ठित लोगों ने किसी मुद्दे को लेकर अवार्ड वापस किए हैं, लेकिन जैसे ही वो मुद्दे सुलझे तो फिर उन अवार्ड्स की भी वापसी हो गई। आज फिर एक ये प्रेशर टैक्टिक्स अपनाकर अवार्ड वापस करने की जो है वो राजनीति हो रही है। जहां तक प्रकाश सिंह बादल जी का प्रश्न है, मेरे लिए तो बहुत ही सम्मानित हैं। मैं तो उनके बच्चों के समान हूं और उनके साथ 40 साल से तो मैं ही जुड़ा हुआ हूं राजनीति के अंदर और 60 साल से हमारा अकाली दल के साथ संबंध रहा है। और आज ये नौबत प्रकाश सिंह बादल जी के सामने किस तरह से आई, मैं तो खुद इस बात को लेकर हैरान हूं। बादल साहब को तो आगे आकर मोदी जी के हाथ मजबूत करते हुए इस समस्या का समाधान करने के लिए आगे आना चाहिए था, क्योंकि उनका अपना असर है। और जो कटारिया जी वो कहते सुनते ही नहीं, बीजेपी सुनती ही नहीं। अकाली दल तो ये शुरू से कहता आ रहा है पिछले 2-3 महीनों से कि बीजेपी हमारी तो सुनती नहीं, किसी भी सहयोगी दल की बीजेपी सुनती नहीं। हाँ, देखिए 60 साल से हम उनके साथ जो है उनकी सुन रहे थे, वो हमारी सुन रहे थे और चट्टान की तरह एक देश के अंदर बहुत अकाली भाजपा का गठबंधन चल रहा था। तो ये कृषि कानूनों की उनकी अपनी पंजाब की पॉलिटिक्स है, अमरिंदर सिंह और अकाली दल की, वो सारे इस चीज को हवा दे रहे हैं और जिसके परिणाम आम किसानों को भुगतने पड़ रहे हैं। आप कह रहे हैं कि ये सियासत से प्रेरित होकर अवार्ड वापस किया गया है, आप ये कहना चाह रहे हैं? आप ये कहना चाह रहे हैं कि अवार्ड वापसी सियासत से प्रेरित है? जी,
100% सियासत से प्रेरित है। आपको लगता है कि नहीं, आपको यह लग रहा है कि ये प्रकाश सिंह बादल उनका खुद का डिसीजन है? देखिए, बस मैं इस बारे में कुछ कहना नहीं चाहता, जब मैं पहले ही कह चुका हूं कि मैं तो उनका बच्चा हूं और उनके बारे में कोई बात कहना या टिप्पणी करना तो मुझे शोभा नहीं देता। राजनीति में बातें हर प्रकार की होती हैं और हमारी पार्टी में मैं इसलिए पूछ रहा था कि बीजेपी इसको किस तरह से देख रही है। देखिए, बीजेपी प्रकाश सिंह बादल को लेकर किस तरह से बात करती है वो आप भी कर रहे हैं। मैं इसीलिए सवाल कर रहा था कि बीजेपी इसको प्रकाश सिंह बादल का डिसीजन मान रही है या फिर अकाली दल का? देखिए, ऐसा है, हर आदमी को पार्टी के हिसाब से चलना पड़ता है। आज कोई भी पार्टी जिस प्रकार का डिसीजन लेती है, चाहे वो मजबूरी में लिया गया डिसीजन हो, चाहे वो आपसी राजनीति का कोई प्रतिफल हो, लेकिन जब पार्टी कोई डिसीजन ले लेती है तो उसके साथ चलना पड़ता है। हो सकता है बादल साहब को भी ये डिसीजन लेने के लिए मजबूर किया गया हो। जी, मतलब आप कह रहे हैं कि हो सकता है कि उन्होंने ये मजबूरी में डिसीजन लिया गया हो, उनकी तरफ से उनका डिसीजन ना हो। हाँ, हो सकता है। राजनीति में हर एक बात पॉसिबल हो सकती है। जी कटारिया जी, एक और पिछले कुछ दिन, एक दो दिन पहले आप अंबाला पहुंचे थे, वहां पर कुछ किसानों ने विरोध किया और आपकी तरफ से कुछ शब्दों का इस्तेमाल किया गया, उसके ऊपर बहुत बवाल हुआ। आपको लगता है कि किसानों के इस आंदोलन के बीच आपको संभलकर शब्दों का उपयोग करना चाहिए था? देखिए, किसान हमारे अन्नदाता हैं, किसान हमारे भगवान हैं। उन्होंने भारत को खाद्यान्न के मामले में आत्मनिर्भर बनाने में एक निर्णायक भूमिका अदा की है। मैंने कोई ऐसी बात नहीं कही। मैंने केवल इतना कहा था कि जो वो 10-20 किसान वहां पर आए थे, मैंने उनसे हाथ जोड़ के ये प्रार्थना की थी कि है किसानों, मेरी नहीं, कम से कम जो किसानों के मसीहा हुए हैं छोटी राम जी, चौधरी देवीलाल जी, उनकी बात तो मान लो कि वो कहा करते थे कि ऐ भोड़े भोड़े किसान, अपना दोस्त और अपने दुश्मन को तो पहचान। वो आपने जो जिक्र किया था, लेकिन आपने उसमें एक शब्द का इस्तेमाल कर दिया कि अगर प्रदर्शन करना ही था कहीं और जाकर मर लेते। ये इस शब्द के ऊपर बड़ा इतराज हुआ, विवादित टिप्पणी इसको कहा गया। आपको नहीं लगता कि कहीं और मर लेते, ऐसा वर्ड नहीं यूज करना चाहिए था? ऐसा कोई इंटेंशन नहीं होती और मैं तो आज भी उनको अपना अन्नदाता और देश का अन्नदाता मान रहा हूं। अगर कहीं कोई इस प्रकार की बात आई है तो मैं उसके लिए क्षमा याची हूं और किसानों के साथ तो कम से कम किसी भी बात का हम उनके शान बान आन के खिलाफ ऐसी बात नहीं कह सकते। चलिए, शुक्रिया, बहुत बहुत धन्यवाद कटारिया साहब ਸਾਡੇ ਨਾਲ ਜੁੜਨ ਦੇ ਲਈ। ਰਤਨ ਲਾਲ ਕਟਾਰੀਆ ਸਾਡੇ ਨਾਲ ਕੇਂਦਰੀ ਰਾਜ ਮੰਤਰੀ ਜੁੜੇ ਹੋਏ ਸਨ ਤੇ ਉਹਨਾਂ ਦੇ ਵੱਲੋਂ ਵੱਡੀ ਸਟੇਟਮੈਂਟ ਦਿੱਤੀ ਗਈ ਹੈ। ਉਹ ਕਹਿ ਰਹੇ ਨੇ, ਜੋ ਸਵਾਲ ਕੀਤਾ ਗਿਆ ਸੀ ਸਾਡੇ ਵੱਲੋਂ ਕਿ ਪ੍ਰਕਾਸ਼ ਸਿੰਘ ਬਾਦਲ ਖੁਦ ਉਹਨਾਂ ਦਾ ਡਿਸੀਜਨ ਹੈ ਜਾਂ ਫਿਰ ਪਾਰਟੀ ਦਾ, ਤੇ ਉਹਨਾਂ ਨੇ ਕਿਹਾ ਕਿ ਕਈ ਵਾਰ ਮਜਬੂਰੀ 'ਚ ਡਿਸੀਜਨ ਲੈਣੇ ਪੈਂਦੇ ਨੇ, ਤਾਂ ਹੋ ਸਕਦਾ ਹੈ ਕਿ ਇਹ ਫੈਸਲਾ ਵੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਮਜਬੂਰੀ ਦੇ ਵਿੱਚ ਪਾਰਟੀ ਦੇ ਕਹਿਣ ਦੇ ਉੱਤੇ ਲਿਆ ਗਿਆ ਹੋਵੇ। ਦੂਜੇ ਪਾਸੇ ਆਪਣੀ ਸਟੇਟਮੈਂਟ ਦੇ ਲਈ ਮਾਫੀ ਵੀ ਮੰਗਦੇ ਨਜ਼ਰ ਆਏ ਨੇ। ਸ਼ੁਕਰੀਆ ਕਟਾਰੀਆ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਬੁਲੇਟਿਨ ਦੇ ਵਿੱਚ ਨਹੀਂ, ਛੋਟਾ ਜਿਹਾ ਵਕਫਾ, ਉਸ ਪਾਰ ਵੀ ਖਬਰਾਂ ਦਾ ਸਿਲਸਿਲਾ, ਮਹਾਂ ਕਵਰੇਜ ਕਿਸਾਨਾਂ ਦੇ ਅੰਦੋਲਨ ਦੇ ਉੱਤੇ ਸਾਡੀ ਜਾਰੀ ਹੈ।